ਸਭ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਸਭ PSSB ਦਾ ਫੋਰੈਸਟ ਗਾਰਡ ਦਾ ਪੇਪਰ 13 ਨਵੰਬਰ ਨੂੰ ਦੇ ਕੇ ਆਏ ਹੋ ਜੀ। ਆਹ ਕੁਐਸਚਨ ਤੁਸੀਂ ਸਭ ਨੇ ਉੱਥੇ ਅਟੈਂਪਟ ਕੀਤਾ ਹੀ ਹੋਏਗਾ ਤੇ ਇਸ ਕੁਐਸਚਨ ਦੇ ਉੱਪਰ ਅੱਜ ਇੱਕ ਕੁਐਸਚਨ ਹੋਰ ਰੇਜ਼ ਕੀਤਾ ਸੀਗਾ ਤੇ ਉਸ ਕੁਐਸਚਨ ਨੂੰ ਆਪਾਂ ਡਿਸਕਸ ਕਰਾਂਗੇ। ਜਿਵੇਂ ਕਿ ਐਗਜ਼ਾਮੀਨਰ ਇਸ ਤਰੀਕੇ ਦੇ ਕੁਐਸਚਨ ਪੁੱਛ ਰਿਹਾ ਹੈ ਤਾਂ ਹੋ ਸਕਦਾ ਵੀ ਆਉਣ ਵਾਲੇ ਐਕਸਾਈਜ਼ ਦੇ ਵਿੱਚ, ਕਲਰਕ ਦੇ ਵਿੱਚ ਜਾਂ ਫਿਰ ਵੀਡੀਓ ਦੇ ਵਿੱਚ ਉਸ ਤਰੀਕੇ ਦੇ ਕੁਐਸਚਨ ਪੁੱਛਣ ਲੱਗ ਜਾਏ ਹੈ ਨਾ, ਜਾਂ ਉਸ ਤਰੀਕੇ ਦਾ ਕੁਐਸਚਨ ਪੁੱਛ ਲੇ ਤਾਂ ਮੈਨੂੰ ਲੱਗਦਾ ਵੀ ਮੇਰਾ ਫਰਜ਼ ਹੈ ਜੀ ਇੱਕ ਵਾਰ ਤੁਹਾਡੇ ਨਾਲ ਉਹ ਕੁਐਸਚਨ ਨੂੰ ਡਿਸਕਸ ਕਰਨਾ ਤੇ ਜਿਹੜੇ ਸਟੂਡੈਂਟਸ ਕਿਸੇ ਚੀਜ਼ ਨੂੰ ਕ੍ਰੈਮ ਕਰਕੇ ਬੈਠੇ ਨੇ ਉਹ ਚੀਜ਼ ਤੋਂ ਬਚਣਾ। ਠੀਕ ਹੈ, ਕੁਐਸਚਨ ਕੀ ਹੈ ਜੀ? ਫਿਲ ਇਨ ਦ ਬਲੈਂਕ ਵਿਦ ਦ ਕਰੈਕਟ ਆਪਸ਼ਨ। ਆਈ ਹੈਵ ਨੋ ਕੰਟਰੋਲ ਬਲੈਂਕ ਮਾਈ ਟੈਂਪਰ। ਟੈਂਪਰ ਦਾ ਮਤਲਬ ਕੀ ਹੁੰਦਾ ਜੀ? ਟੈਂਪਰਾਮੈਂਟ ਦਾ ਮਤਲਬ ਕੀ ਹੁੰਦਾ ਵੀ ਤੁਹਾਡਾ ਰਿਐਕਸ਼ਨ, ਤੁਹਾਡਾ ਮਾਈਂਡ ਸੈਟ, ਤੁਹਾਡਾ ਐਟੀਟਿਊਡ ਕਿਸੇ ਚੀਜ਼ ਨੂੰ ਲੈ ਕੇ। ਅਗਰ ਤੁਸੀਂ ਕੋਈ ਚੀਜ਼ ਨੂੰ ਦੇਖ ਰਹੇ ਹੋ ਉਸ ਚੀਜ਼ ਦੇ ਪ੍ਰਤੀ ਤੁਸੀਂ ਕਿਵੇਂ ਰਿਐਕਟ ਕਰਦੇ ਹੋ, ਤੁਹਾਡਾ ਜਿਹੜਾ ਰਿਐਕਸ਼ਨ ਹੈ, ਨੈਚੁਰਲ ਰਿਐਕਸ਼ਨ, ਦੈਟ ਇਜ਼ ਕਾਲਡ ਯੂਅਰ ਟੈਂਪਰਾਮੈਂਟ ਹੈ ਨਾ। ਤਾਂ ਕਿਸੇ ਇਨਸਾਨ ਦਾ ਟੈਂਪਰਾਮੈਂਟ ਕਿਸੇ ਤਰੀਕੇ ਦਾ ਹੁੰਦਾ, ਕਿਸੇ ਇਨਸਾਨ ਦਾ ਟੈਂਪਰਾਮੈਂਟ ਕਿਸੇ ਤਰੀਕੇ ਦਾ ਹੁੰਦਾ, ਕਿਸੇ ਨੂੰ ਜਲਦੀ ਗੁੱਸਾ ਆ ਜਾਂਦਾ, ਕਿਸੇ ਨੂੰ ਲੇਟ ਗੁੱਸਾ ਆਉਂਦਾ। ਤਾਂ ਉਸ ਚੀਜ਼ ਇਹ ਗੱਲ ਕਰ ਰਿਹਾ ਹੈ। ਤਾਂ ਆਪਸ਼ਨਸ ਕੀ ਨੇ ਜੀ? ਇਨ, ਓਵਰ, ਐਟ ਔਰ ਆਫਟਰ। ਮੈਨੂੰ ਲੱਗਦਾ 99% ਸਟੂਡੈਂਟਸ ਨੇ ਜਿਹੜਾ ਇਹਦਾ ਆਨਸਰ ਹੈ ਜੀ ਉਹ ਕੰਟਰੋਲ ਦੇ ਨਾਲ ਕੀ ਲਗਾਇਆ ਹੋਊਗਾ? ਓਵਰ ਲਗਾਇਆ ਹੋਊਗਾ। ਚਲੋ ਆਪਾਂ ਇਹਨੂੰ ਇੱਕ ਵਾਰ ਜਿਹੜਾ ਵੀ ਤੁਸੀਂ ਆਨਸਰ ਲਗਾਇਆ, ਜਿਹੜਾ ਅੱਜ ਕੁਐਸਚਨ ਪੁੱਛਿਆ ਜੀ ਆਪਾਂ, ਉਹ ਇਹ ਕੁਐਸਚਨ ਮੈਂ ਡਿਜ਼ਾਈਨ ਕੀਤਾ। ਤਾਂ ਕੁਐਸਚਨ ਕੀ ਤੁਸੀਂ ਦੇਖ ਸਕਦੇ ਹੋ, ਟਿਕ ਦਾ ਕਰੈਕਟ। ਦੇ ਕੁਡਨਟ ਕੰਟਰੋਲ ਬਲੈਂਕ देयर ਸਨਸ। ਆਪਾਂ ਕੰਟਰੋਲ ਵਰਡ ਯੂਜ਼ ਕੀਤਾ। ਆਪਸ਼ਨਸ ਨੇ ਜੀ ਐਟ, ਵਿਦ, ਓਵਰ ਐਂਡ ਨੋ ਪ੍ਰੀਪੋਜੀਸ਼ਨ ਰਿਕੁਆਇਰਡ। ਤੇ ਜ਼ਿਆਦਾਤਰ ਸਟੂਡੈਂਟਸ ਨੇ ਉਹੀ ਹੈ ਜੀ, ਬਸ ਯਾਦ ਕਰ ਲਿਆ ਕਿ ਪੇਪਰ ਦੇ ਵਿੱਚ ਪੇਪਰ ਦੇ ਕੇ ਆਏ ਹੋਣਗੇ ਜੀ ਕੰਟਰੋਲ ਓਵਰ, ਕੰਟਰੋਲ ਓਵਰ, ਕੰਟਰੋਲ ਓਵਰ, ਹੈ ਨਾ। ਤਾਂ ਬਸ ਅੱਖਾਂ ਬੰਦ ਕਰਕੇ, ਬੜਾ ਦੁੱਖ ਵਾਲੀ ਗੱਲ ਹੈ ਜੀ 48% ਸਟੂਡੈਂਟਸ ਨੇ ਓਵਰ ਆਨਸਰ ਟਿਕ ਕੀਤਾ, ਹੈ ਨਾ। ਤਾਂ ਮੈਨੂੰ ਲੱਗਿਆ ਜੀ ਵੀ ਨੂੰ ਇਹ ਕੁਐਸਚਨ 'ਤੇ ਵੀਡੀਓ ਬਣਾਉਣੀ ਚਾਹੀਦੀ ਹੈ ਤੇ ਇਹਨੂੰ ਡਿਸਕਸ ਕਰਨਾ ਚਾਹੀਦਾ। ਤਾਂ ਪਲੀਜ਼ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜਿਹੜਾ ਉਰੇ ਓਵਰ ਆਨਸਰ ਆਊਗਾ ਤਾਂ ਮਤਲਬ ਆਨਸਰ ਜਿਹੜਾ ਗਲਤ ਹੋਇਆ ਤਾਂ ਕਿਉਂ ਹੋਇਆ। ਜਿਹੜਾ ਉਰੇ ਓਵਰ ਸਹੀ, ਜਿਹੜਾ ਉਰੇ ਓਵਰ ਹੈ ਜੀ ਉਰੇ ਸਹੀ ਹੋਇਆ ਤਾਂ ਕਿਉਂ ਹੋਇਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੀ। ਠੀਕ ਹੈ, ਬੈਚ ਦੇ ਵਿੱਚ ਈਚ ਐਂਡ ਐਵਰੀਥਿੰਗ ਹੈਜ਼ ਬੀਨ ਡਿਸਕਸਡ, ਹੈ ਨਾ। ਤਾਂ ਲੇਕਿਨ ਉੱਥੇ ਆਪਾਂ ਕਈ ਵਾਰ ਇੰਨਾ ਧਿਆਨ ਨਹੀਂ ਦੇ ਪਾਉਂਦੇ, ਆਪਾਂ ਵਧੀਆ ਨੋਟਸ ਨਹੀਂ ਬਣਾਏ, ਆਪਾਂ ਨਹੀਂ ਸਿੱਖੇ। ਕਿਸੇ ਵੀ ਬੈਚ ਦੇ ਵਿੱਚ ਜਿੰਨੇ ਕਲਾਸ ਦੇ ਸਟੂਡੈਂਟਸ ਬਣਦੇ ਨੇ ਕਿ ਸਾਰੇ ਸਿਲੈਕਟ ਹੋ ਜਾਂਦੇ ਨੇ? ਨਹੀਂ, ਟੀਚਰ ਨੇ ਤਾਂ ਸੇਮ ਪੜ੍ਹਾਇਆ ਜੀ, ਐਂ ਤਾਂ ਹੈ ਨਹੀਂ ਉਹਨੂੰ ਕਦੋਂ ਜਾ ਕੇ ਕੋਈ ਘਰ 'ਚ ਐਕਸਟਰਾ ਦੱਸਦਾ ਉਹਦੀ ਸਿਲੈਕਸ਼ਨ ਹੋ ਗਈ, ਕਿਸੇ ਦੀ ਨਹੀਂ ਹੋਈ। ਤਾਂ ਇਹ ਆਪਣੀ ਮਿਹਨਤ ਹੁੰਦੀ ਹੈ ਜੀ, ਆਪਾਂ ਕਿੰਨੀ ਮਿਹਨਤ ਕਰ ਸਕਦੇ ਹਾਂ। ਟੀਚਰ ਨੇ ਜਿੰਨੀ ਮਿਹਨਤ ਕਰਾਉਣੀ ਸੀ ਉਹਨੇ ਕਰਾਤੀ। ਹੁਣ ਤੁਹਾਡੇ 'ਚ ਕਿੰਨਾ ਜਜ਼ਬਾ ਹੈ, ਤੁਹਾਡੇ 'ਚ ਤੁਸੀਂ ਕਿੰਨੇ ਪੈਸ਼ਨੇਟ ਹੋ ਕਿਸੇ ਵੀ ਸਬਜੈਕਟ ਨੂੰ ਲੈ ਕੇ, ਕਿਸੇ ਵੀ ਬੈਚ ਨੂੰ, ਕਿਸੇ ਵੀ ਇੰਸਟੀਚਿਊਟ ਨੂੰ ਲੈ ਕੇ, ਹੈ ਨਾ। ਵੀ ਤੁਹਾਡੇ 'ਚ ਕਿੰਨੀ ਕਿਉਰਿਓਸਿਟੀ ਹੈ, ਤੁਹਾਡੇ 'ਚ ਕਿੰਨਾ ਸਪਾਰਕ ਹੈ ਵੀ ਤੁਸੀਂ ਉਸ ਤੋਂ ਕਿੰਨਾ ਗੇਨ ਕਰ ਪਾ ਰਹੇ ਹੋ, ਟੀਚਰ ਤੋਂ ਕਿੰਨਾ ਲਾਭ ਲੈ ਪਾ ਰਹੇ ਹੋ, ਕਿ ਟੀਚਰ ਤੋਂ ਕਿੰਨੇ ਡਾਊਟਸ ਪੁੱਛ ਪਾ ਰਹੇ ਹੋ, ਕਿੰਨੀ ਤੁਸੀਂ ਪ੍ਰੈਕਟਿਸ ਕਰਦੇ ਹੋ। ਔਰ ਇਹ ਕੰਟਰੋਲ ਲਿਖਿਆ ਹੋ ਕਿਤੇ ਕਿਤੇ ਆ ਪਿਆ। ਤਾਂ ਸਭ ਕੁਝ ਡਿਟੇਲ 'ਚ ਡਿਸਕਸ ਕੀਤਾ ਹੋਇਆ। ਐਨੀਵੇ, ਹੈ ਨਾ, ਆਪਾਂ ਵਾਪਸ ਆਉਂਦੇ ਹਾਂ ਜੀ। ਮੰਜ਼ਿਲ ਬੈਚ ਹੈ ਇਹ। ਦੋ ਕੁਐਸਚਨਸ ਆਪਾਂ ਲਿਖਦੇ ਹਾਂ ਜੀ। ਦੇ ਕੁਡਨਟ ਕੰਟਰੋਲ ਬਲੈਂਕ देयर ਸਨਸ, ਦੇ ਕੁਡਨਟ ਹੈਵ ਕੰਟਰੋਲ ਬਲੈਂਕ देयर ਸਨਸ, ਹੈ ਨਾ। ਹੁਣ ਤੁਸੀਂ ਧਿਆਨ ਨਾਲ ਦੇਖੋਗੇ ਉਰੇ ਲਿਖਿਆ ਹੈ ਦੇ ਕੁਡਨਟ ਕੰਟਰੋਲ। ਉਰੇ ਜਿਹੜਾ ਇੱਕ ਸੈਂਟੈਂਸ ਲਿਖਿਆ, ਇਸ ਤੋਂ ਪਹਿਲਾਂ ਚਲੋ ਇੱਕ ਸੈਂਟੈਂਸ ਮੈਂ ਹੋਰ ਵੀ ਲਿਖਿਆ ਜੀ। ਤਾਂ ਆਪਾਂ ਇਹ ਵਾਲਾ ਸੈਂਟੈਂਸ ਪਹਿਲਾਂ ਡਿਸਕਸ ਕਰ ਲੈਂਦੇ, ਫਿਰ ਤੁਹਾਨੂੰ ਸ਼ਾਇਦ ਜਲਦੀ ਸਮਝ ਆ ਜਾਏ। ਦੇਖੋ ਕੀ ਲਿਖਿਆ, ਸ਼ੀ ਹੈਜ਼ ਆਰਡਰਡ ਬਲੈਂਕ 2 cups ਆਫ ਕਾਫੀ। ਸ਼ੀ ਹੈਜ਼ ਪਲੇਸਡ ਐਨ ਆਰਡਰ ਬਲੈਂਕ 2 cups ਆਫ ਕਾਫੀ। ਆਪਸ਼ਨ ਨੇ ਜੀ ਫॉर, ਆਫ, ਐਟ, ਨੋ ਪ੍ਰੈਪੋਜੀਸ਼ਨ ਰਿਕੁਆਇਰਡ। ਦੇਖੋ ਪਹਿਲੇ ਸੈਂਟੈਂਸ ਦੇ ਵਿੱਚ ਜਿਹੜਾ ਇਹ ਆਰਡਰਡ ਵਰਡ ਲਿਖਿਆ ਹੈ ਨਾ, ਇਹ ਇੱਕ ਵਰਬ ਹੈ। ਇਹ ਕੀ ਹੈ ਜੀ? ਇੱਕ ਵਰਬ ਹੈ। ਤਾਂ ਆਰਡਰਡ ਵਾਟ? 2 cups, 2 ਕੱਪ ਆਰਡਰ ਕੀਤੇ। ਹੁਣ ਉਹ 2 ਕੱਪ ਕਿਹਦੇ ਨੇ? ਮਿਲਕ ਸ਼ੇਕ ਹੈ, ਕਾਫੀ ਹੈ, ਪਾਣੀ ਹੈ, ਜੂਸ ਹੈ, ਔਰ ਅਲੱਗ ਗੱਲ ਹੈ ਜੀ। ਤਾਂ ਇਹ ਜਿਹੜਾ ਆਬਜੈਕਟ ਹੈ ਪ੍ਰੈਪੋਜੀਸ਼ਨ ਦਾ ਆਬਜੈਕਟ ਹੈ, ਕਿਉਂਕਿ ਇਹ ਪ੍ਰੈਪੋਜੀਸ਼ਨ ਦਿੱਤੀ ਹੋਈ ਹੈ, ਇਹ ਪ੍ਰੈਪੋਜੀਸ਼ਨਲ ਆਬਜੈਕਟ ਹੋ ਗਿਆ। ਠੀਕ ਹੈ, ਲੇਕਿਨ ਜਿਹੜਾ ਇਹ 2 ਕੱਪਸ ਹੈ ਜੀ, ਇਹ ਕਿਹਦਾ ਆਬਜੈਕਟ ਹੋਊਗਾ? ਇਹ ਇਸ ਆਰਡਰ ਵਰਬ ਦਾ ਆਬਜੈਕਟ ਹੋ ਜਾਊਗਾ ਜੀ। ਕਿਸ ਵਰਬ ਦਾ? ਆਰਡਰ ਵਰਬ ਦਾ ਆਬਜੈਕਟ ਹੋ ਜਾਊਗਾ। ਤਾਂ ਇਹਨੂੰ ਆਪਾਂ ਕਵਾਂਗੇ ਡਾਇਰੈਕਟ ਆਬਜੈਕਟ। ਅਗਰ ਇਹ ਡਾਇਰੈਕਟ ਆਬਜੈਕਟ ਹੈ, ਇਸ ਵਰਬ ਦਾ ਆਬਜੈਕਟ ਹੈ, ਤਾਂ ਵਿਚਾਲੇ ਆਪਾਂ ਨੂੰ ਕਿਸੇ ਪ੍ਰੈਪੋਜੀਸ਼ਨ ਦੀ ਲੋੜ ਨਹੀਂ ਹੈਗੀ, ਕਿਉਂਕਿ ਅਗਰ ਤੁਸੀਂ ਪ੍ਰੈਪੋਜੀਸ਼ਨ ਲਿਖ ਦੋਗੇ ਫਿਰ ਇਹ ਪ੍ਰੈਪੋਜੀਸ਼ਨਲ ਆਬਜੈਕਟ ਬਣ ਜੂ, ਜਿਵੇਂ ਪ੍ਰੈਪੋਜੀਸ਼ਨ ਦਾ ਆਬਜੈਕਟ ਹੋ ਗਿਆ। ਹੁਣ ਕਾਫੀ ਦਾ ਆਰਡਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ, ਸਮਝ ਪਾ ਰਹੇ ਹੋ। ਐਕਚੁਅਲ ਦੇ ਵਿੱਚ ਉਹਨੇ 2 ਕੱਪਸ ਆਰਡਰ ਕੀਤੇ, ਉਹ ਗੱਲ ਲੈਦਾ ਵੀ ਉਹਨਾਂ ਦੇ ਵਿੱਚ ਕਾਫੀ ਆ ਰਹੀ ਹੈ, ਪਾਣੀ ਆ ਰਿਹਾ ਹੈ, ਕੀ ਆ ਰਿਹਾ ਹੈ ਨਾ। ਤਾਂ ਇੱਕ ਗੱਲ ਸਮਝ ਆ ਗਈ ਜੀ। ਹੁਣ ਸੇਮ ਵੇ ਅਗਰ ਤੁਸੀਂ ਇਸ ਸੈਂਟੈਂਸ ਨੂੰ ਇਹਦੇ ਨਾਲ ਕੰਪੇਅਰ ਕਰਕੇ ਦੇਖੋਗੇ, ਉਰੇ ਕੀ ਲਿਖਿਆ? ਸ਼ੀ ਹੈਜ਼ ਪਲੇਸਡ ਐਨ ਆਰਡਰ। ਉਰੇ ਤੁਸੀਂ ਦੇਖੋਗੇ ਉਰੇ ਕੀ ਲਿਖਿਆ? ਪਲੇਸਡ ਲਿਖਿਆ। ਤਾਂ ਉਰੇ ਇਹ ਵਰਬ ਹੋ ਗਈ ਜੀ ਆਪਣੀ। ਉਰੇ ਕੀ ਪਲੇਸ ਕੀਤਾ? ਆਰਡਰ ਪਲੇਸ ਕੀਤਾ। ਪਲੇਸਡ ਵਾਟ? ਆਰਡਰ। ਤਾਂ ਇਹਦਾ ਮਤਲਬ ਉਰੇ ਜਿਹੜਾ ਆਰਡਰ ਹੈ ਨਾ, ਉਹ ਪਲੇਸ ਵਰਬ ਦਾ ਆਬਜੈਕਟ ਹੈ ਜੀ। ਕੀ ਹੈ ਜੀ? ਆਬਜੈਕਟ। ਕਿਹੜਾ ਆਬਜੈਕਟ? ਡਾਇਰੈਕਟ ਆਬਜੈਕਟ। ਕਿਉਂ? ਪ੍ਰੈਪੋਜੀਸ਼ਨ ਤਾਂ ਕੋਈ ਵਿੱਚ ਹੈ ਨਹੀਂ, ਕਿਉਂਕਿ ਇਹਦਾ ਆਬਜੈਕਟ ਹੈ ਜੀ। ਅਗਰ ਇਹ ਆਬਜੈਕਟ ਹੈ ਤਾਂ ਇਹਦਾ ਪਾਰਟਸ ਆਫ ਸਪੀਚ ਉਰੇ ਵਰਬ ਹੋ ਸਕਦਾ? ਨਹੀਂ। ਇਹਦਾ ਪਾਰਟਸ ਆਫ ਸਪੀਚ ਕੀ ਹੋਊਗਾ ਜੀ? ਨਾਉਨ। ਤਾਂ ਮੈਂ ਬਹੁਤ ਵਾਰ ਸਮਝਾਇਆ, ਪਹਿਲੀ ਕਲਾਸ ਵਿੱਚ ਸਮਝਾਉਂਦਾ ਆ ਰਿਹਾ ਜੀ, ਵੀ ਕਦੇ ਵੀ ਕਿਸੇ ਵੀ ਵਰਡ ਦੀ ਫੇਸ ਵੈਲਿਊ ਨਹੀਂ ਹੁੰਦੀ, ਫੰਕਸ਼ਨ ਦੀ ਵੈਲਿਊ ਹੁੰਦੀ। ਉਹਦੇ ਬੇਸਿਸ ਤੇ ਹੀ ਕੁਐਸਚਨ ਆਉਂਦੇ ਨੇ ਜੀ। ਵੀ ਸਟੂਡੈਂਟ ਪਹਿਲੀ ਕਲਾਸ ਲਾ ਕੇ ਕਹਿੰਦਾ ਸਰ ਤੁਸੀਂ ਰੂਲ ਨਹੀਂ ਕਰਾ ਰਹੇ ਜੀ, ਤੁਸੀਂ ਪੜ੍ਹਾ ਨਹੀਂ ਰਹੇ ਜੀ, ਉਹ ਨਹੀਂ ਹੋ ਰਿਹਾ ਜੀ। ਬਈ ਸਮਝਦਾਰੀ ਨਾਲ ਕੰਮ ਕਰੋਗੇ ਤਾਂ ਹੀ ਤੁਹਾਨੂੰ ਲੈਂਗੁਏਜ ਸਮਝ ਆਊਗੀ ਨਾ। ਰੂਲ ਰੱਟੇ ਤਾਂ ਫਿਰ ਲਾਣੇ ਨੇ, ਫਿਰ ਕੋਈ ਫਾਇਦਾ ਨਹੀਂ, ਸਿੱਖ ਵੀ ਨਹੀਂ ਪਾਵਾਂਗੇ ਆਪਾਂ, ਹੈ ਨਾ। ਤਾਂ ਉਰੇ ਜਿਹੜਾ ਆਰਡਰ ਹੈ ਜੀ, ਇਹ ਇੱਕ ਨਾਊਨ ਹੈ।
ठीक है। तो इस करके जो उन्हें लिखा ना 2 कप्स, हम 2 कप्स की इस ऑर्डर का ऑब्जेक्ट हो सकता है? नहीं हो सकता। क्यों नहीं हो सकता? क्योंकि तो पहले ही अपना नाउन है। वर्ब का ऑब्जेक्ट हो सकता है, प्रेपोजिशन का ऑब्जेक्ट हो सकता है, लेकिन नाउन का ऑब्जेक्ट किवें हो सकता? नहीं हो सकता। तो इस करके जो उन्हें 2 कप्स लिखा हुआ है ये डायरैक्ट ऑब्जेक्ट नहीं बन सकता। बनूगा तो ऑब्जेक्ट, क्योंकि हैगा नाउन है जी। अगर नाउन है तो यह सब्जेक्ट तो बन नहीं सकता, क्योंकि सब्जेक्ट तो ऑलरेडी गिवन है सेंटेंस के। तो दिस इज द सब्जेक्ट दैट इज गिवन इन द सेंटेंस। हाउ कैन दिस बी अ सब्जेक्ट? इट कांट बी, है ना। तो बहुत सिंपल गल है। तो इस करके ये ऑब्जेक्ट बनेगा। हूँ ये ऑब्जेक्ट बनेगा, ऑब्जेक्ट किहदा बनेगा? इस वर्ब का बन नहीं सकता, क्योंकि उन्हें 2 कप नहीं प्लेस किए, उन्हें तो ऑर्डर प्लेस किया, ठीक है। आह नाउन इस एक्शन के इफेक्ट को रिसीव कर सकता है, आह नाउन इस एक्शन के इफेक्ट को रिसीव नहीं कर सकता। टेक्निकली ग्रामेटिकली तो कर सकता है, और एंड लिख दोगे वो भी कर लोगे, मीनिंग बकवास हो जाएगा। मीनिंग थोड़ी नहीं चेंज करांगे, मीनिंगफुल होना चाहिए सेंटेंस। तो हूँ अगे जो कॉफी है जी होएगा ऑब्जेक्ट हो गया, ये प्रेपोजिशन है, ये प्रेपोजिशन का अपना की हो गया जी अगे ऑब्जेक्ट हो गया। तो इस करके जो ये ऑब्जेक्ट है इस वर्ब का नहीं हो सकता, तो यह प्रेपोजिशन का ऑब्जेक्ट होगा। तो यह मतलब आपको बीच प्रेपोजिशन लिखनी पऊगी। फिर कि प्रेपोजिशन लिखनी पऊगी? ऑर्डर फॉर। तो इस करके आपको उरे फॉर लिखना पऊ, तो आंसर जो आ जाऊगा जी ए। ऊपर क्यों नहीं आया? क्योंकि ऑर्डर वर्ब सी। उरे क्यों आया? क्योंकि ऑर्डर एक नाउन सी। फेस वैल्यू नहीं, फंक्शन की वैल्यू है ना। बहुत सिंपल गल है जी। इन्नी गल समझ आ गई? तो अगर इन्नी गल समझ आ गई तो वही कहानी हो रही है जी। दे कुडंट कंट्रोल, कुड नॉट लिखा हुआ है जी, ये हेल्पिंग वर्ब होगी जी, ये मेन वर्ब होगी। तो अगर यदा मतलब ये मेन वर्ब है, तो मेन वर्ब जो हैगी ट्रांसिटिव वर्ब है। ट्रांसिटिव इंट्रांसिटिव वर्ब हमें पता होना चाहिए जी। आई कांट कंट्रोल समथिंग, है ना। आई कांट कंट्रोल माई फीलिंग्स, आई कांट कंट्रोल माई अर्ज, आई कांट कंट्रोल माई टेम्परामेंट, है ना। क्योंकि वर्ब है। कंट्रोल व्हाट या कंट्रोल हुम? दिस। तो जो सन्स लिखा हुआ है ना जी, ये इस वर्ब के इफेक्ट को रिसीव कर रहा है। तो जो ऑब्जेक्ट बनूगा ये डायरैक्ट ऑब्जेक्ट बनूगा। अगर यह डायरैक्ट ऑब्जेक्ट बनूगा तो विचाले प्रेपोजिशन लिखने की लोड़ ही नहीं। अगर तुम उरे प्रेपोजिशन लिख दोगे फिर ये कोई ऑब्जेक्ट नहीं रहना, मीनिंग चेंज हो जाऊगा जी। लेकिन अगर तुम उरे देखोगे ध्यान नाल, दे कुडंट हैव कंट्रोल, हुण उरे की लिखा? उरे आह लिखती हेल्पिंग वर्ब, उरे की लिखता मेन वर्ब। तुम कहोगे सर ये तो हेल्पिंग वर्ब होंगी है जी। अगर ये हेल्पिंग वर्ब होंगी है, मैं लिखा I have send the mail, उरे सेंड आऊगा, सेंट आऊगा, सेंट आऊगा। क्यों? क्योंकि हैज है तो बाद वर्ब की हमेशा थर्ड फॉर्म लिखी जाती, फिर तो कंट्रोल्ड आना चाहिए सी। तो भाई ये हेल्पिंग वर्ब नहीं है, मेन वर्ब है। हेल्पिंग वर्ब आ सी। तो अच्छा हैव व्हाट? कंट्रोल। फिर तुम कहोगे सर वो हैव मेन वर्ब किमें होगी? भाई लिख लै, मैं लिखा आई हैव अ पेन। तो हेल्पिंग वर्ब है, मेन वर्ब है, मेन वर्ब है। पेन की है जी? मेन वर्ब तो ऑब्जेक्ट है जी। सेम वे दे कुडंट हैव कंट्रोल, हैव व्हाट? कंट्रोल। तो कंट्रोल उरे की हो गया जी? ऑब्जेक्ट हो गया। की हो गया? ऑब्जेक्ट हो गया। अगर यह ऑब्जेक्ट है डायरैक्ट ऑब्जेक्ट है, इस वर्ब का ऑब्जेक्ट हो गया। हुण की उरे तुसीं कहना चाहते हो जो सन्स है वो की हैव वर्ब का ऑब्जेक्ट हो सकता? नहीं हो सकता, मीनिंग चेंज हो जू। वो ये कह रहे भी कंट्रोल नहीं है, ना कि ये कह रहे कि वो सन नहीं है। सन तो है नहीं, सन तो कंट्रोल नहीं है, बस वो ये गल कह रहे हैं। इन्नी गल समझा कि? तो इस करके जो सन्स लिखा हुआ ये इस वर्ब का ऑब्जेक्ट हो नहीं सकता। अगर ये इस वर्ब का ऑब्जेक्ट नहीं है तो इस करके प्रेपोजिशनल ऑब्जेक्ट हो। अगर ये प्रेपोजिशनल ऑब्जेक्ट हो तो प्रेपोजिशन लिखनी पऊ। अगर प्रेपोजिशन लिखनी पऊ फिर कंट्रोल के नाल आपां यूज़ कर लांगे ओवर। होर इस मंत्र पढ़ने से, लेकिन बेसिक्स तो क्लीयर होना चाहिए ना। अगर बेसिक्स क्लीयर नहीं होवांगे तुसीं याद कर लोगे भी कंट्रोल के नाल ओवर आऊगा, ऑर्डर के नाल फोर आऊगा, ये नाल यह नहीं आऊगा, डिस्कस के नाल अबाउट नहीं आऊगा। अगर तुसीं याद कर लोगे तब फिर वो पेपर च यह जिहा क्वेश्चन दे दूगा, उत्थे नंबर कटा लांगे जी। तो एक नंबर की मारा मारी है ना। आई होप तुसीं कंसैप्ट नूं समझ गए होंगे जी, तो समझदारी नाल काम लओगे जी। सारियां चीज़ां क्लास कराई हुई ने जी, कल्ली कल्ली चीज़ क्लास कराई हुई है ना। तो कोई ऐ नहीं कह सकता भी कराया नहीं कुछ, ठीक है जी। तो एक क्वेश्चन तुहाडे लई है जी, ठीक है। एक क्वेश्चन होमवर्क है, या तुसीं कमेंट दे विच इहदा आंसर कर सकते हो। तो आपां आंसर तुहाडे चैक करके तुहानूं रिप्लाई जरूर करांगे। तो अगर किसी नूं वीडियो चंगी लगी, तुहाडा कंसैप्ट चंगा लग्या तो लाइक जरूर करियो। थैंक यू सो मच, ऑल द बेस्ट, बाय।